ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਈ ਲਾਖ ਦਲ ਸੁਪਟ ਮੈਂ ਕਰਕੇ ਕਮਸਾਨਾ, ਪਰਿਓ ਸ਼ੋਕ ਸਭ ਦੀਸ਼ ਮਹਿ ਲਾਖੋਂ ਰਿਪਾਨਾ। ਕਈ ਲਾਖ ਦਲ ਸੁਪਟ ਮੈਂ ਕਰਕੇ ਕਮਸਾਨਾ, ਪਰਿਓ ਸ਼ੋਕ ਸਭ ਦੀਸ਼ ਮਹਿ ਲਾਖੋਂ ਰਿਪਾਨਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਦ ਹੋਏ ਸਦਾ ਕਰੇ ਵਾਸੀ। ਕਿਰਤ ਪੂਰਬ ਪਾਪ ਮਿਟੇ ਸਭ ਹੀ, ਅਰ ਕੇ ਦਲ ਹੋਏ ਸਵੈ ਕਿਨ ਨਾਸੇ। ਹਿਤ ਮਾਨ ਵਧੇ ਤਰੀ ਜਗ ਮੈਂ, ਪਰ ਪੂਰਨ ਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋ ਔਰ ਮੈਂ ਨਿਤ ਜੋਤ ਪ੍ਰਗਾਸੇ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੇ। ਜਦੋਂ ਭਾਈ ਸਮੀਰ ਜੀ ਨੇ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਇੱਕੋ ਇੱਕ ਮਨ ਦੇ ਵਿੱਚ ਕਾਮਨਾ ਧਾਰਨ ਕੀਤੀ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਆ ਜਿਹੜੇ 84 ਦੇ ਵੱਡੇ ਵੱਡੇ ਚੱਕਰ ਨਾਸ ਕਰਵਾਉਣੇ ਹਨ। ਕਈ ਦਫਾ ਤਾਂ ਮਹਾਰਾਜ ਇਹਦੀ ਬੇਨਤੀ ਸੁਣ ਕਰਕੇ ਚੁੱਪ ਕਰ ਜਾਂਦੇ, ਵੀ ਕੋਈ ਆਪਣੇ ਵੱਲੋਂ ਵਿਸ਼ੇਸ਼ ਤੌਰ 'ਤੇ ਜਵਾਬ ਨਹੀਂ ਸੀ ਦਿੱਤਾ। ਪਰ ਜਦੋਂ ਕਈ ਦਫਾ ਦਸ਼ਮੇਸ਼ ਪਿਤਾ ਨੇ ਆਪ ਪੁੱਛਿਆ ਵੀ ਦੱਸ ਤੇਰੇ ਮਨ ਦੇ ਵਿੱਚ ਕੀ ਕਾਮਨਾ ਹੈ, ਜੋ ਵੀ ਤੂੰ ਮੰਗੇਗਾ ਉਹੀ ਤੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭੰਡਾਰਿਆਂ 'ਚੋਂ ਪ੍ਰਾਪਤ ਹੋ ਜੂ। ਭਾਈ ਸਮੀਰ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਵੀ ਮੈਂ ਤਾਂ ਆਉਣਾ ਆਪ ਦੀ ਚਰਨਾਂ 'ਚ ਹੀ ਸਦਾ ਵਾਸਤੇ ਬਾਸਾ ਕਰਨਾ ਚਾਹੁੰਦਾ ਹਾਂ। ਸੁਣ ਕਰਕੇ ਸਤਿਗੁਰੂ ਜੀ ਨੇ ਰਾਤ ਦੇ ਟਾਈਮ 'ਤੇ ਜਦੋਂ ਇਹੋ ਜਿਹਾ ਬੜਾ ਭਿਆਨਕ ਦੁਖਦਾਈ ਸੁਪਨਾ ਆਇਆ ਭਾਈ ਸਮੀਰ ਜੀ ਨੂੰ, ਜਿਹਨੇ ਰਾਤੋਂ ਰਾਤ ਸੁਪਨੇ ਦੇ ਅੰਦਰ ਹੀ ਬੜੀਆਂ ਜਿਹੜੀਆਂ ਨਿਸ਼ਿੱਧ ਦੁਖਦਾਈ ਜੂਨਾਂ ਧਾਰਨ ਕਰਤੀਆਂ। ਕਦੇ ਕੁਛ ਬਣ ਗਿਆ, ਕਦੇ ਕਿਤੇ ਪੈਦਾ ਹੋ ਗਿਆ, ਪਰ ਸਮਝ ਕੁਝ ਵੀ ਨਹੀਂ ਆਉਂਦਾ ਸੀ। ਜਦੋਂ ਇਹਨੇ ਅੰਮ੍ਰਿਤ ਵੇਲੇ ਜਾ ਕਰਕੇ ਸਰੀਰਕ ਕਿਰਿਆ ਕੀਤੀ, ਉੱਥੇ ਵੀ ਫਿਰ ਵਿਸ਼ਟਾ ਦੇ ਵਿੱਚ ਜਿਹੜੇ ਪਹਿਲੂਆਂ ਦੇ ਬੀਜ ਜੋ
ਪੀਲੂਆਂ ਦੇ ਛਿਲਕੇ ਵਗੈਰਾ ਉਸੇ ਤਰ੍ਹਾਂ ਬਣੇ ਹੋਏ ਦੇਖੇ ਸਨ। ਜਦੋਂ ਫਿਰ ਦਾਤਨ ਕੁਰਲਾ ਕਰਨ ਲੱਗਿਆ, ਉਸ ਵਾਤੀ ਬਹੁਤ ਸਾਰੇ ਛੋਟੇ ਵੱਡੇ ਛਿਲਕੇ ਬੜੇ ਦੰਦਾ ਜਾਣਾ ਚੋਂ ਫਸੇ ਹੋਏ ਬਾਹਰ ਨਿਕਲੇ। ਜਦੋਂ ਇਹਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਹੁਣ ਹਿਰਦੇ ਦੇ ਅੰਦਰ ਬੜੀ ਚਿੰਤਾ, ਬੜਾ ਫਿਕਰ ਵੀ ਭਰਿਆ ਹੋਇਆ ਸੀ। ਚਿਹਰੇ 'ਤੇ ਉਦਾਸੀ ਪੈਦਾ ਹੋ ਗਈ ਹੈ ਭਾਈ ਸਮੀਰ ਜੀ ਦੇ। ਸਤਿਗੁਰੂ ਜੀ ਨੇ ਸਰਬੱਗ ਅੰਤਰਜਾਮੀ ਪੁੱਛਿਆ, ਭਾਈ ਗੁਰਮੁਖਾ 'ਚ ਕੀ ਗੱਲ ਹੋ ਗਈ? ਤੇਰਾ ਚਿਹਰਾ ਬੜਾ ਉਦਾਸ ਪ੍ਰਤੀਤ ਹੋ ਰਿਹਾ ਹੈ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਂ ਦੱਸਾਂ ਕਿ ਅਜੇ ਤੱਕ ਮੈਨੂੰ ਇਹ ਪਤਾ ਨਹੀਂ ਲੱਗਿਆ ਵੀ ਰਾਤ ਦੇ ਟਾਈਮ 'ਤੇ ਮੈਂ ਸੱਚੀ ਮੁੱਚੀ ਜੂਨਾ ਧਾਰਨ ਕੀਤੀਆਂ ਜਾਂ ਫਿਰ ਮੈਨੂੰ ਐਵੇਂ ਇੱਕ ਸੁਪਨਾ ਜੀ ਆਇਆ ਸੀ ਮਹਾਰਾਜ ਵੀ ਦੇਖੋ, ਨਾ ਤਾਂ ਹੁਣ ਕੋਈ ਪੀਲੂਆਂ ਦਾ ਮੌਸਮ ਨਹੀਂ, ਨਾ ਮੈਂ ਪੀਲੂਆਂ ਦੇ ਫਲ ਵੀ ਨਹੀਂ ਖਾਧੇ ਹਨ, ਪਰ ਜਿਹੜੀ ਸਰੀਰ ਦੇ ਮਾਲੋ ਵੀ ਪੀਲੂਆਂ ਤੋਂ ਬਣੀ ਹੋਈ ਬਾਹਰ ਨਿਕਲੀ। ਅਤੇ ਜਦੋਂ ਮੈਂ ਦਾਤਨ ਕਰਨ ਲੱਗਿਆ ਤਾਂ ਵੀ ਬਹੁਤ ਸਾਰੇ ਛਿਲਕੇ ਦੰਦਾਂ 'ਚੋਂ ਬਾਹਰ ਨਿਕਲੇ ਸਨ। ਪਰ ਹੈਰਾਨਗੀ ਦੀ ਗੱਲ ਇਹ ਵੀ ਫਲ ਮੈਂ ਪੀਲੂਆਂ ਦਾ ਮੂੰਹ 'ਚ ਨਹੀਂ ਪਾਇਆ। ਇਹ ਜਿਹੜੀਆਂ ਨਿਸ਼ਚਿਤ ਜੂਨੀਆਂ ਮੈਂ ਸੁਪਨੇ ਦੇ ਵਿੱਚ ਧਾਰਨ ਕੀਤੀਆਂ ਸਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਸੁਪਨਾ ਹੈ ਜਾਂ ਫਿਰ ਸੱਚੀ ਗੱਲ ਹੈ। ਮਹਾਰਾਜ ਕਹਿਣ ਲੱਗੇ ਵੀ ਇਤਨੇ ਤੇਰੇ ਜਨਮ ਰਾਤੋਂ ਰਾਤ ਅਸੀਂ ਭੁਗਤਾ ਦਿੱਤੇ ਹਨ, ਜੋ ਤੈਂ ਸਾਡੇ ਪਾਸੋਂ ਮੰਗਿਆ ਉਹ ਤੈਨੂੰ ਪ੍ਰਾਪਤ ਵੀ ਹੋ ਗਿਆ, ਨਹੀਂ ਤਾਂ ਦੇ ਲੈ ਫਿਰ ਅਜੇ ਤੇਰਾ ਪਤਾ ਨਹੀਂ ਹੈ ਕਿਤਨਾ ਬਾਕੀ ਕਰਮਾਂ ਦਾ ਲੇਖਾ ਜੋਖਾ ਰਹਿੰਦਾ ਸੀ। ਆਉਣ ਵਾਲੇ ਸਮੇਂ 'ਚ ਬੜੀਆਂ ਇਹੋ ਜਿਹੀਆਂ ਤਾਂ ਜੂਨਾਂ ਵੀ ਬੜੀ ਦੁਖਦਾਈ ਜਿਹੜੀਆਂ ਭੁਗਤਣੀਆਂ ਸਨ, ਪਰ ਇਹ ਸਾਰੇ ਤੇਰੇ ਜਨਮੇ ਸੁਪਨੇ ਦੇ ਵਿੱਚ ਹੀ ਕੱਟ ਦਿੱਤੇ ਹਨ। ਸੁਣ ਕਰਕੇ ਭਾਈ ਸਮੀਰ ਬੜਾ ਖੁਸ਼ ਹੋ ਗਿਆ ਵੀ ਮੇਰੀ ਮਨ ਦੀ ਭਾਵਨਾ ਮਹਾਰਾਜ ਨੇ ਪੂਰੀ ਕਰ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰਾ ਜਿਹੜਾ ਬਾਸਾ ਸਦਾ ਦੇ ਲਈ ਸਾਡੇ ਚਰਨਾਂ 'ਚ ਹੋ ਜਾਣਾ। ਉੱਥੇ ਇੱਕ ਹੋਰ ਵਿਚਾਰਾ ਮਿਸਤਰੀ ਬੈਠਾ ਸੀ, ਉਹਨੇ ਵੀ ਮਹਾਰਾਜ ਦੇ ਅੱਗੇ ਹੱਥ ਜੋੜਤੇ, ਐ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਮੇਰੇ ਉੱਪਰ ਵੀ ਆਪ ਕਿਰਪਾ ਕਰਦੇ ਹੋ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੈਂ ਵੀ ਇਹਦੇ ਨਾਲ ਹੀ ਆਪਣਾ 5 ਭੌਤਿਕ ਸਰੀਰ ਤਿਆਗ ਦੇਣਾ। ਜਿਹੜੇ ਸ਼ਰਾਪ ਦੇ ਬਚਨ ਮਹਾਰਾਜ ਨੇ ਭਾਈ ਰਾਏ ਕੱਲੇ ਦੇ ਪਾਸ ਕੀਤੇ, ਇਹ ਬਚਨਾਂ ਦੇ ਬਾਰੇ ਹੌਲੀ ਹੌਲੀ ਤੁਰਕਾਂ ਮੁਗਲਾਂ ਪਠਾਣਾਂ ਨੂੰ ਵੀ ਪਤਾ ਲੱਗਿਆ। ਜਿਹੜਾ ਸੀ ਇੱਕ ਸੰਨਿਆਸੀ ਮੱਤ ਦਾ ਦਿਆਲਪੁਰੀ ਨਾਮ ਕਰਕੇ ਮਹੰਤ ਸਰਹੰਦ ਸ਼ਹਿਰ ਦੇ ਵਿੱਚ ਰਹਿਣ ਵਾਲਾ, ਇਹਨੇ ਵੀ ਦਸ਼ਮੇਸ਼ ਪਿਤਾ ਦੇ ਅੱਗੇ ਵਾਰ-ਵਾਰ ਹੱਥ ਜੋੜੇ, ਬੇਨਤੀਆਂ ਕੀਤੀਆਂ ਗਰੀਬਨ ਆਵਾਜ਼, ਅਤੇ ਆਪ ਨੇ ਬੜੇ ਭਿਆਨਕ ਦੁਖਦਾਈ ਬਚਨ ਆ ਸਰਹੰਦ ਸ਼ਹਿਰ ਨੂੰ ਕਰਤੇ। ਮੈਂ ਵੀ ਹੁਣ ਉਸੇ ਨਗਰ ਦੇ ਵਿੱਚ ਹੀ ਵਸਣ ਵਾਲਾ। ਸਤਿਗੁਰੂ ਜੀ ਕਹਿਣ ਲੱਗੇ ਚੰਗਾ ਫਿਰ ਤੂੰ ਇਉਂ ਕਰੀ, ਕੋਠੇ 'ਤੇ ਚੜ੍ਹ ਕਰਕੇ ਨਾ ਤੈਂ ਸ਼ੰਖ ਵਜਾ ਦੇਣਾ, ਔਰ ਜਿਹੜੀ ਵੀ ਤੇਰੀ ਆਲੇ ਦੁਆਲੇ ਸਿੱਖੀ ਸੇਵਕੀ ਬਸਣ ਵਾਲੀ ਹੈ, ਜਿਨ੍ਹਾਂ ਜਿਨ੍ਹਾਂ ਦੇ ਕੰਨ ਦੇ ਵਿੱਚ ਪੈ ਜੂ ਆਵਾਜ਼ ਸ਼ੰਖ ਦੇ ਵੱਜਣ ਦੀ, ਉਹਨਾਂ ਦਾ ਫਿਰ ਬਾਲ ਵਿੰਗਾ ਨਹੀਂ ਹੋਣਾ, ਅਤੇ ਬਾਕੀ ਦਾ ਫਿਰ ਇਸ ਘੁੱਗਵਸ ਦੇ ਸ਼ਹਿਰ ਦੀ ਬਹੁਤ ਜਿਹੜੀ ਦੁਖਦਾਈ ਹਾਲਤ ਹੋਣੀ ਹੈ।
ਇਹਨੇ ਵੀ ਉਸੇ ਤਰ੍ਹਾਂ ਮਹਾਰਾਜ ਦੇ ਬਚਨ ਮੰਨੇ। ਕੋਠੇ 'ਤੇ ਚੜ੍ਹ ਕਰਕੇ ਜਦੋਂ ਬੜੀ ਉੱਚੀ ਧੁਨੀ ਦੇ ਨਾਲ ਸ਼ੰਖ ਵਜਾਇਆ ਸੀ, ਜਿੱਥੋਂ ਚੇਤੋਂ ਤੱਕ ਗਈ ਆਵਾਜ਼, ਉਹ ਜਿਹੜਾ ਸਰਹੰਦ ਸ਼ਹਿਰ ਉਸੇ ਤਰ੍ਹਾਂ ਵੱਸਦਾ ਰਿਹਾ। ਉੱਥੇ ਕੋਈ ਖਾਸ ਤੌਰ 'ਤੇ ਕਹਿੰਦੇ ਬਾਬਾ ਬੰਦਾ ਬਹਾਦਰ ਜੀ ਦੇ ਮੌਕੇ 'ਤੇ ਨੁਕਸਾਨ ਨਹੀਂ ਹੋਇਆ, ਅਤੇ ਬਾਕੀ ਦਾ ਫਿਰ ਖਾਲਸੇ ਨੇ ਇਸ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਸੀ। ਇਹ ਜਿਹੜੇ ਚੌਧਰੀ ਤਿੰਨੇ ਭਰਾ ਹਰ ਵਕਤ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਈ ਲੱਖ ਦਲ ਸੁਪੱਟ ਮੈਂ ਕਰਕੇ ਕਮਸਾਨਾ। ਜ਼ਿਆਦਾ ਵਜੀਦੇ ਦੇ ਪਾਸ ਇਹ ਸਾਰੀ ਖਬਰ ਪਹੁੰਚ ਗਈ ਵੀ ਦੇਖੋ ਗੁਰੂ ਜੀ ਤਾਂ ਇਸ ਵਕਤ ਵੀ ਦਿਨੇ ਕਾਂਗੜ ਆਪਣੇ ਸੇਵਕਾਂ ਦੇ ਪਾਸ ਨਾ ਬੜੇ ਸੁੱਖਾਂ ਦੇ ਸਮੇਤ ਬਸ ਰਹੇ ਹਨ। ਸੁਣ ਕਰਕੇ ਜਿਹੜੇ ਸੀ ਇਹ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਵੱਡੇ ਨਵਾਬ, ਜਿਵੇਂ ਆ ਲਾਹੌਰ ਦਾ ਸੂਬਾ ਹੈ ਜ਼ਬਰਦਸਤ ਖਾਨ, ਸਰਹੰਦ ਦਾ ਸੂਬਾ ਸੀ ਵਜੀਦਾ, ਇਹ ਬੜੇ ਮਨ ਦੇ ਵਿੱਚ ਹੋਣਾ ਹੈਰਾਨ ਹੋ ਗਏ ਵੀ ਕਿਵੇਂ ਗੁਰੂ ਜੀ ਆ ਸਾਡੀਆਂ ਤਾਂ ਉਹਨਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਖਪਾ ਦਿੱਤੀਆਂ, ਸਾਰੇ ਇਲਾਕੇ ਦੇ ਵਿੱਚ ਇਹੋ ਜਿਹਾ ਬੜਾ ਭਿਆਨਕ ਦੁਖਦਾਈ ਸੋਗ ਵੀ ਪੈਦਾ ਕਰ ਦਿੱਤਾ ਹੈ। ਅਸੀਂ ਤਾਂ ਸੋਚਦੇ ਵੀ ਸ਼ਾਇਦ ਵੀ ਜ਼ਿਆਦਾ ਗੁਰੂ ਜੀ ਆ ਜਿਹੜੀ ਚਮਕੌਰ ਦੀ ਗੜੀ ਉੱਥੇ ਸ਼ਹੀਦ ਹੋ ਗਏ ਹੋਣਗੇ, ਜਾਂ ਫਿਰ ਕਿਤੇ ਨਾ ਕਿਤੇ ਗੁਰੂ ਜੀ ਨੇ ਸਰੀਰ ਆਪਣਾ ਜ਼ਰੂਰ ਛੱਡ ਦਿੱਤਾ ਉੱਪਰ। ਉਹ ਤਾਂ ਬੜੇ ਆਨੰਦਾਂ ਦੇ ਸਮੇਂ 'ਤੇ ਕੌਣ ਵੀ ਆਪਣੇ ਸੇਵਕਾਂ ਦਾਸਾਂ ਦੇ ਪਾਸ ਬੈਠੇ ਹਨ। ਹਰਿਓ ਸ਼ੋਕ ਸਭ ਦੇਸ਼ ਮਹਿ ਲੱਖੋਂ ਰਿਪਹਾਨਾ। ਜਿਨ੍ਹਾਂ ਨੇ ਆ ਸਾਡੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਜਵਾਨ ਸਿਪਾਹੀ ਕਪਾ ਕੇ ਸਾਰੇ ਦੇਸ਼ ਦੇ ਵਿੱਚ ਬੜਾ ਇਹੋ ਜਿਹਾ ਸ਼ੋਕ ਪੈਦਾ ਕਰ ਦਿੱਤਾ ਹੈ। ਥਿਰਿਓ ਨਿਕਟ ਬਿਨ ਤਰਾਸ ਹੋਵੇ ਜਾਟਨ ਕੇ ਗ੍ਰਾਮਾ। ਬਿਨਾਂ ਤਰਾਸ ਬਿਨਾਂ ਡਰ ਤੋਂ ਦੇਖੋ ਹੁਣ ਵੀ ਗੁਰੂ ਜੀ ਜਿਹੜੇ ਨੇ ਨਾ ਉਸ ਇਲਾਕੇ ਦੇ ਜੱਟ ਚੌਧਰੀ ਭਾਈ ਸ਼ਮੀਰ ਭਾਈ ਲਖਮੇਰ ਭਾਈ ਤਖਤ ਮਲ ਉਹਨਾਂ ਦੇ ਪਾਸ ਟਿਕੇ ਬੈਠੇ ਹਨ। ਦੁਰਗ ਨਹੀਂ ਸੈਨਾ ਨਹੀਂ ਧਨ ਨਾਹੇ ਨਾ ਧਾਮਾ। ਨਾ ਤਾਂ ਉਹਨਾਂ ਦੇ ਪਾਸ ਕੋਈ ਕਿਲਾ ਨਾ ਕੋਈ ਐਸਾ ਵੇ ਜ਼ਿਆਦਾ ਸੈਨਾ ਵੀ ਭਰਤੀ ਨਹੀਂ ਕੀਤੀ ਹੋਈ ਹੈ। ਸੁਣ ਕੇ ਕਾਨ ਬਜੀਦ ਤਬ ਲਿਖ ਪੱਤਰ ਪਠਾਵਾ। ਇਹ ਸੁਣ ਕਰਕੇ ਕਾ ਜਿਹੜੀ ਚਿੱਠੀ ਵਜੀਦਾ ਨੇ ਲੈ ਕਰਕੇ ਫਿਰ ਇਹਨਾਂ ਤਿੰਨਾਂ ਭਰਾਵਾਂ ਦੇ ਵੱਲ ਭੇਜ ਦਿੱਤੀ ਹੈ। ਓ ਲਖਮੀਰ ਸ਼ਮੀਰ ਤੂੰ ਔਰ ਡਰ ਨਹਿ ਪਾਵਾ। ਕਹਿ ਲੱਗਿਆ ਐ ਸ਼ਮੀਰ ਲਖਮੀਰ, ਤੁਹਾਨੂੰ ਬਾਦਸ਼ਾਹ ਔਰੰਗਜ਼ੇਬ ਦਾ ਕੋਈ ਮਨ ਦੇ ਵਿੱਚ ਡਰ ਨਹੀਂ ਵੀ ਕਿਵੇਂ ਤੁਸੀਂ ਬਾਗੀ ਗੁਰੂ ਨੂੰ ਆਪਣੇ ਪਾਸ ਰੱਖ ਕਰਕੇ ਉਹਨਾਂ ਦੀ ਸੇਵਾ ਕਰਨ ਲੱਗੇ ਹੋਏ ਹੋ। ਪਾਤਸ਼ਾਹੀ ਬੰਦਾ ਤੂੰ ਹੀ ਗੁਰ ਦੁਸ਼ਮਨ ਸ਼ਾਹੂ। ਦੇਖੋ ਜਿਹੜੇ ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਦੇ ਬਹੁਤ ਵੱਡੇ ਦੁਸ਼ਮਣ ਬੈਰੀ ਬਣੇ ਹੋਏ ਹਨ, ਅਤੇ ਉਹਨਾਂ ਨੂੰ ਤੁਸੀਂ ਆਪਣੇ ਆ
ਰਾਜ ਭਾਗ ਦੇ ਅੰਦਰ ਰੱਖਿਆ ਹੋਇਆ। ਗਹਿ ਦੀਜੈ ਹਮਕੋ ਅਬੈ ਬੈਠਿਓ ਤੁਮ ਪਾਹੋ। ਬਜੀਦੇ ਨੇ ਲਿਖਿਆ ਵੀ ਤੁਸੀਂ ਗੁਰੂ ਜੀ ਨੂੰ ਨਾ ਪਕੜ ਕੇ ਸਾਡੇ ਹਵਾਲੇ ਕਰ ਦੇਣਾ ਹੈ। ਨਾਹੀਂ ਤਾਂ ਪਕੜੈ ਸਭਨ ਕੋ ਦੇ ਦੰਡ ਸਜਾਈ। ਜੇ ਨਹੀਂ ਪਕੜੋਗੇ ਦੇ ਲੋ ਫਿਰ ਮੈਂ ਬਹੁਤ ਸਾਰੀ ਆਪਣੀ 100 ਫੌਜ ਭੇ ਕਰਕੇ ਤੁਹਾਡੇ ਸਾਰੇ ਪਰਿਵਾਰ ਦੀਆਂ ਮੁਸ਼ਕਾਂ ਬੰਨ ਲੈਣੀਆਂ ਹਨ। ਲਸ਼ਕਰ ਆਵੈ ਉਮੜ ਕੈ ਕਰ ਲਿਓ ਤਕਰਾਈ। ਮੈਂ ਬੜਾ ਲੋ ਲਸ਼ਕਰ ਤੁਹਾਡੇ ਉੱਪਰ ਚਾੜ ਕਰਕੇ ਭੇਜ ਦੂੰ। ਜੇ ਤੁਹਾਡੇ ਕੋਲੋਂ ਕੋਈ ਆਪਣਾ ਪ੍ਰਬੰਧ ਹੁੰਦਾ ਤਾਂ ਕਰ ਸਕਦੇ ਹੋ। ਭਲਾ ਚਹਿ ਗਹਿ ਲੀਜੀਐ ਕਿਤਨਹਿ ਚੱਲ ਜਾਈ। ਇਹ ਸਾਰੀਆਂ ਗੱਲਾਂ ਬਾਤਾਂ ਵਜੀਦੇ ਨੇ ਚਿੱਠੀ ਦੇ ਵਿੱਚ ਲਿਖੀਆਂ ਵੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਗੁਰੂ ਜੀ ਨੂੰ ਪਕੜ ਕਰਕੇ ਤੁਸੀਂ ਸਾਡੇ ਹਵਾਲੇ ਇੱਕ ਵਾਰੀ ਕਰ ਦੇਣਾ ਹੈ। ਸੁਨ ਲਖਮੀਰ ਸ਼ਮੀਰ ਤਬ ਸਭ ਗਾਥ ਸੁਨਾਈ। ਸੁਣ ਕਰਕੇ ਉਸ ਟਾਈਮ ਤੇ ਭਾਈ ਸਮੀਰ ਹੈ ਲਖਮੀਰ ਹੈ ਤਾਂ ਤਮਾਲ ਇਹਨਾਂ ਨੇ ਵੀ ਖਰਾ ਜਵਾਬ ਆਪਣੇ ਵੱਲੋਂ ਵਜੀਦੇ ਦੇ ਵੱਲ ਲੈ ਕਰਕੇ ਭੇਜ ਦਿੱਤਾ ਸੀ। ਹਮਰੀ ਇਹ ਗੁਰਪੀਰ ਹੈ ਵਿਚਰਤ ਚੱਲ ਆਈ। ਕਹਿ ਲੱਗੇ ਇਹ ਨਵਾਬ ਸਾਹਿਬ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਹੁਣ ਸਾਡੇ ਆਪਣੇ ਗੁਰੂ ਪੀਰ ਪਹਿਲਾਂ ਤੋਂ ਹੀ ਬਣੇ ਹੋਏ ਹਨ। ਰੱਤੇ ਸਹੀ ਜੈ ਮੁਖ ਨਾ ਮੜਨ ਜਿਨੇ ਸੰਜਾਤਾ ਸਾਈ ਚੜ ਚੜ ਭਵਦੇ ਕੱਚੇ ਵੇਰੀ ਜਿਨ੍ਹਾਂ ਕਾਰਨ ਆਈ। ਉਹ ਸਮੇਂ ਭਾਈ ਸਮੀਰ ਲਖਮੀਰ ਤਾ ਤਮਲ ਇਹਨਾਂ ਦੇ ਮਨ ਦੇ ਵਿੱਚ ਕੋਈ ਵੀ ਇਹ ਵਜੀਦੇ ਦੀ ਜਿਹੜੀ ਚਿੱਠੀ ਦਾ ਡਰ ਪੈ ਨਹੀਂ ਪੈਦਾ ਹੋਇਆ ਸੀ। ਕਿਮਨੈ ਠਾਨੈ ਸੇਵਕੋ ਜਿਨ ਤੇ ਗਤ ਪਾਈ। ਵੀ ਅਸੀਂ ਤਾਂ ਗੁਰੂ ਜੀ ਦੇ ਪਾਸੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਹਰ ਵਾਰ ਇਹਨਾਂ ਦੀ ਬੜੀ ਸੇਵਾ ਕਰਨ ਲੱਗੇ ਹੋਏ ਆ। ਤੁਮ ਆਪਣੀ ਦਿਸ਼ ਦੇਖੀਏ ਪੀਰਨ ਕੋ ਸੇਵੋ। ਤਾਂ ਅਸੀਂ ਵੀ ਜਰਾ ਆਪਣੇ ਵੱਲ ਝਾਤੀ ਮਾਰ ਕੇ ਦੇ ਲਓ। ਹੁਣ ਜਿਹੜੇ ਤੁਹਾਡੇ ਦੀਨ ਸਲਾਮ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਹਨ ਚਾਹੇ ਕੋਈ ਪੀਰ ਹੈ ਫਕੀਰ ਹੈ ਕਰਾਮਾਤੀ ਉਹਦੀ ਦੇਖੋ ਤੁਸੀਂ ਵੀ ਆਪ ਕਿਤਨੀ ਭਾਵਨਾ ਦੇ ਨਾਲ ਘਰਾਂ 'ਚ ਲਿਆ ਕਰਕੇ ਸੇਵਾ ਕਰਦੇ ਹੋ। ਘਰ ਰੱਖੋ ਪਾਕੋ ਮ੍ਰਿਦੁਲ ਸਭ ਕੁਝ ਪੁੰਨ ਦੇਵੋ। ਆਪਣੇ ਮੁਰਸ਼ਿਦਾਂ ਨੂੰ ਪੀਰਾਂ ਨੂੰ ਘਰਾਂ ਦੇ ਵਿੱਚ ਰੱਖ ਕੇ ਤੁਸੀਂ ਵੀ ਜ਼ਬਾਨ ਤੋਂ ਕਿਹੋ ਜਿਹੇ ਮਿੱਠੇ ਔਰ ਕੋਮਲ ਬਚਨ ਉਹਨਾਂ ਦੇ ਨਾਲ ਕਰਦੇ ਰਹਿੰਦੇ ਹੋ। ਕਹਿ ਭੇਜਿਓ ਤਿਨ ਪਾਸ ਏਮਾ ਪਠ ਮਾਨਵ ਰਾਖਾ। ਇੱਕ ਜਿਹੜਾ ਨੌਕਰ ਵਜੀਦੇ ਨੇ ਆਪਣਾ ਚਿੱਠੀ ਦੇ ਕਰਕੇ ਇਹਨਾਂ ਦੇ ਪਾਸ ਭੇਜ ਦਿੱਤਾ ਸੀ। ਚੜ੍ਹੈ ਸੈਨ ਤੋਂ ਦੇਹ ਸੁਧ ਸਬਦਾਨੀ ਭਾਖਾ। ਵੀ ਨਹੀਂ ਫਿਰ ਮੈਂ ਤੁਹਾਡੇ ਉੱਪਰ ਬਹੁਤ ਸਾਰੀ ਜਿਹੜੀ ਆਪਣੀ ਫੌਜ ਚਾੜ ਦੇਣੀ ਹੈ। ਇਤ ਸਤਿਗੁਰ ਸਬਦਾਨ ਹਵੈ ਚਾਕਰ ਗਨ ਰਾਖੀ। ਉਸ ਸਮੇਂ ਜਦੋਂ ਇਹ ਪੱਤਰਕਾ ਕਹਿੰਦੇ ਤਿੰਨਾਂ ਭਰਾਵਾਂ ਦੇ ਪਾਸ ਪਹੁੰਚੀ ਉਸ ਸਮੇਂ ਸਤਿਗੁਰੂ ਜੀ ਨੇ ਇੱਕ ਸੇਵਕ ਦਾ ਇਹਨੂੰ ਭੇਜਿਆ ਵੀ ਤੂੰ ਜਾ ਕਰਕੇ ਨਿਗਾਹ ਰੱਖੀ। ਇਹ ਚਿੱਠੀ ਪੜ੍ਹ ਕਰਕੇ ਇਹਨਾਂ ਨੇ ਕਿਸ ਪ੍ਰਕਾਰ ਦਾ ਜਿਹੜਾ ਆਪਣੇ ਵੱਲੋਂ ਉੱਤਰ ਦੇਣਾ ਹੈ। ਪਰ ਜਦੋਂ ਇਹਨਾਂ ਨੇ ਬੇਖੌਫ ਬੇਡਰ ਹੋ ਕਰਕੇ ਐਨ ਜਿਹੜਾ ਟਕੇ ਵਰਗਾ ਜਵਾਬ ਵਜੀਦੇ ਨੂੰ ਲੈ ਕਰਕੇ ਭੇਜ ਦਿੱਤਾ ਸੀ ਸੁਣ ਕਰਕੇ ਸਤਿਗੁਰੂ ਜੀ ਬੜੇ ਇਹਨਾਂ ਦੇ ਉੱਪਰ ਖੁਸ਼ ਹੋ ਗਏ ਸਨ। ਪੈਦਲ ਗਨ ਅਸਵਾਰ ਹੈ ਰਿਪ ਸਨ ਰਣ ਕਾਂਖੀ। ਸਤਿਗੁਰੂ ਜੀ ਇੱਥੇ ਵੀ ਆਪਣੇ ਥੋੜ੍ਹੇ ਜਿਹੇ ਸਿੰਘਾਂ ਦੇ ਨਾਲ ਬਹੁਤ ਵੱਡਾ ਭਿਆਨਕ ਜੰਗ ਕਰਨਾ ਚਾਹੁੰਦੇ ਹਨ। ਤਿਸੀ ਚਵਾਰੀ ਗੁਰ ਤੇਰੀ ਰਹਿ ਸਹਿਜ ਸੁਭਾਉ। ਸਤਿਗੁਰੂ ਜੀ ਨੇ ਉਸ ਚਵਾਰੇ ਦੇ ਵਿੱਚ ਹੀ ਆਪਣਾ ਆਸਣ ਲਗਾਇਆ ਹੋਇਆ ਸੀ। ਗਹਿ ਕਰਦ ਕੋ ਕਰ ਬਿਕੈ ਅੰਗੁਰੀ ਖੁਰਚਾਉ। ਕਈ ਦਫਾ ਮਹਾਰਾਜ ਜਿਹੜੀ ਛੋਟੀ ਜੀ ਕਿਰਪਾਨ ਹੁੰਦੀ ਹੈ
ਉਹਦੇ ਨਾਲ ਆਪਣੀਆਂ ਉਂਗਲਾਂ ਨੂੰ ਉੱਪਰੋਂ ਖੁਰਕਣ ਲੱਗ ਜਾਂਦੇ ਸਨ। ਇੱਕ ਦਿਨ ਥਿਰ ਲਖਮੀਰ ਢਿੱਗ ਬੋਲਿਓ ਕਰ ਬੰਦੀ। ਉਸ ਸਮੇਂ ਇੱਕ ਦਿਨ ਦਾ ਜ਼ਿਕਰ ਕੁਦਰਤੀ ਤੌਰ ਤੇ ਭਾਈ ਲਖਮੀਰ ਇਹ ਵੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠਾ ਸੀ। ਅੰਗੁਲੀ ਛੇਲੋ ਕਰ ਦਿੱਤੀ ਕੋ ਹੀਤ ਬਿਲੰਦੀ। ਦੋਵੇਂ ਹੱਥ ਜੋੜ ਕਰਕੇ ਪੁੱਛਣ ਲੱਗਿਆ ਸੱਚੇ ਪਾਤਸ਼ਾਹ ਵੀ ਆਪ ਆ ਛੋਟੀ ਜੀ ਜਿਹੜੀ ਸ੍ਰੀ ਸਾਹਿਬ ਹੈ ਉਹਦੇ ਨਾਲ ਆਪਣੀਆਂ ਉਂਗਲਾਂ ਨੂੰ ਖੁਰਕਦੇ ਰਹਿੰਦੇ ਹੋ, ਇਹਦੇ ਵਿੱਚ ਕੀ ਕਾਰਨ ਪਾਇਆ ਜਾਂਦਾ ਹੈ? ਕਾਟਤ ਜੜ ਤੁਰ ਕਾਨ ਕੀ ਅਤਿਸ਼ਾ ਦ੍ਰਿੜ ਜੋਈ। ਸਤਿਗੁਰੂ ਜੀ ਕਹਿ ਲਗੇ ਭਾਈ ਇਸ ਬਹਾਨੇ ਦੇ ਨਾਲ ਅਸੀਂ ਨਾ ਤੁਰਕਾਂ ਮੁਗਲਾਂ ਪਠਾਨਾਂ ਦੀਆਂ ਜਿਹੜੀਆਂ ਡੂੰਘੀਆਂ ਵੀ ਤੇ ਬੜੀਆਂ ਜੜ੍ਹਾਂ ਮਜ਼ਬੂਤ ਲੱਗੀਆਂ ਹੋਈਆਂ ਨੇ, ਆ ਜਿਹੜੀ ਛੋਟੀ ਜੀ ਸ੍ਰੀ ਸਾਹਿਬ ਜਿਵੇਂ ਜਿਵੇਂ ਇਹਦੇ ਨਾਲ ਅਸੀਂ ਆਪਣੀਆਂ ਉਂਗਲਾਂ ਨੂੰ ਉੱਪਰੋਂ ਖੁਰਕਦੇ ਹਾਂ, ਉਸੇ ਤਰ੍ਹਾਂ ਨਾ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਥੱਲੋਂ ਬੜੀਆਂ ਖੋਖਲੀਆਂ ਹੋ ਰਹੀਆਂ ਹਨ। ਨਸ਼ਟ ਹੈ ਸਕਲ ਭਵਿੱਖ ਮਹਿ ਪਾਈ ਨਾ ਕਿਤ ਕੋਈ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਤਾਂ ਚਾਰੇ ਪਾਸਿਆਂ ਤੋਂ ਤੇਜ ਪ੍ਰਤਾਪ ਬਿਲਕੁਲ ਨਾਸੀ ਹੋ ਜਾਣਾ ਹੈ। ਮਾਨ ਸਿੰਘ ਭਾਖਿਓ ਤਬੈ ਕਰ ਹਾਨ ਇਮਾਨਾ। ਉਸ ਸਮੇਂ ਭਾਈ ਮਾਨ ਸਿੰਘ ਜੀ ਕਹਿ ਲੱਗੇ ਸੱਚੇ ਪਾਤਸ਼ਾਹ ਵੀ ਇਹਨਾਂ ਨੇ ਆਪਣਾ ਦੀਨ ਧਰਮ ਇਹ ਤਾਂ ਪਹਿਲਾਂ ਹੀ ਬੜਾ ਹੀ ਬਰਬਾਦ ਕੀਤਾ ਹੋਇਆ। ਪ੍ਰਥਮ ਨਰੰਗੇ ਕੋ ਹਤ ਹੋ ਮਚ ਦੁੰਦ ਜਹਾਨਾ। ਜੇਕਰ ਜਾਨ ਦੇ ਵਿੱਚ ਬਹੁਤ ਵੱਡਾ ਜੰਗ ਕਰਕੇ ਆਪਾਂ ਬਾਦਸ਼ਾਹ ਔਰੰਗਜ਼ੇਬ ਨੂੰ ਕਿਤੇ ਮਾਰ ਦਈਏ, ਆ ਮਾੜੇ ਮੋਟੇ ਜਿਹੜੇ ਨਵਾਬ ਸਾਰੇ ਹੀ ਢਿੱਲੇ ਪੈ ਜਾਣੇ ਹਨ। ਆਦ ਬਜੀਦਾ ਜੀ ਅਹ ਅਗ ਕੇ ਫਲ ਪਾਵੇਂ। ਸੱਚੇ ਪਾਤਸ਼ਾਹ ਵੀ ਜਿਹੜੇ ਵਜੀਦੇ ਵਰਗੇ ਹੁਣ ਤਾਂ ਫਿਰਦੇ ਨੇ ਨਾ ਬੜੇ ਆਕੜੇ ਹੋਏ ਹੰਕਾਰ 'ਚ। ਜਦੋਂ ਬਾਦਸ਼ਾਹੀ ਮਰ ਗਿਆ ਫਿਰ ਇਹਨਾਂ ਨੇ ਵੀ ਬੜੀਆਂ ਜਿਹੜੀਆਂ ਜ਼ੁਲਮ ਦੀਆਂ ਸਖਤ ਸਜ਼ਾਵਾਂ ਭੁਗਤ ਲੈਣੀਆਂ ਹਨ। ਜਗਤ ਬਿਲੋਕਤ ਜਾਨ ਹੈ ਪਾਪੀ ਖਪ ਜਾਵੇਂ। ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜੂ ਵੀ ਜਿਹੋ ਜਿਹਾ ਪਾਪ ਜਿਹੋ ਜਿਹਾ ਘੋਰ ਜ਼ੁਲਮ ਇਹਨਾਂ ਨੇ ਬਿਨਾਂ ਕਸੂਰ ਤੋਂ ਕੀਤਾ ਹੈ, ਉਸ ਦਾ ਫਲ ਵੀ ਸਾਰੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਭੋਗ ਲਿਆ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਗੇ ਫਿਰ ਸਰਹੰਦ ਦੇ ਉੱਪਰ ਚੜ੍ਹ ਕਰਕੇ ਆਉਣਾ ਹੈ, ਉਸ ਸਮੇਂ ਤਿਆਰੀਆਂ ਤਾਂ ਵਜੀਦੇ ਨੇ ਵੀ ਆਪਣੇ ਵੱਲੋਂ ਬੜੀਆਂ ਕੀਤੀਆਂ, ਪਰ ਅਚਾਨਕ ਹੀ ਜਦੋਂ ਇਹ ਘੋੜੇ ਤੋਂ ਰਕਾਬ ਦੇ ਵਿੱਚ ਪੈਰ ਫਸ ਕੇ ਥੱਲੇ ਗਿਰ ਗਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਫੜ ਕਰਕੇ ਫਿਰ ਇਹਨੂੰ ਬੈਠ ਕੇ ਆਂਦੇ ਪਿੱਛੇ ਰੱਸੇ ਪਾ ਕਰਕੇ ਬੰਨਿਆ, ਸਾਰੇ ਸ਼ਹਿਰ ਦੇ ਵਿੱਚ ਘੁਮਾਇਆ ਸੀ। ਜਿਵੇਂ ਜਿਵੇਂ ਬੈਠ ਕੇ ਭੱਜਦੇ ਸਨ, ਇਹ ਥਾਂ ਥਾਂ ਤੋਂ ਉਹਦਾ ਸਾਰਾ ਜਿਹੜਾ ਸਰੀਰ ਛਿੱਲਿਆ ਗਿਆ। ਬਹੁਤ ਦੁਖਦਾਈ ਹਾਲਤ ਦੇ ਨਾਲ ਵਜੀਦੇ ਦੀ ਵੀ ਫਿਰ ਮੌਤ ਹੋਣੀ ਹੈ। ਉਸ ਸਮੇਂ ਭਾਈ ਮਾਨ ਸਿੰਘ ਜੀ ਨੇ ਵੀ ਆਪਣੇ ਵੱਲੋਂ ਇਹ ਬੇਨਤੀ ਕਰ ਦਿੱਤੀ ਸੀ। ਸ਼੍ਰੀ ਮੁਖ ਤੀ ਕਹਿ ਜੰਗ ਤੀ ਹਤ ਹੋਏ ਨਰੰਗਾ। ਸਤਿਗੁਰੂ ਜੀ ਕਹਿ ਲਗੇ ਭਾਈ ਮਾਨ ਸਿਆਂ ਬਾਦਸ਼ਾਹ ਔਰੰਗਜ਼ੇਬ ਦਾ ਬੈਠਾ ਬੜਾ ਦੂਰ ਦੱਖਣ, ਹੁਣ ਉਹਦੇ ਨਾਲ ਜਾ ਕਰਕੇ ਜੰਗ ਕਰਨਾ ਤਾਂ ਆਪਾਂ ਨੂੰ ਬੜਾ ਮੁਸ਼ਕਲ ਹੋ ਜਾਏਗਾ। ਦੂਰ ਦੇਸ਼ ਦੱਛਣ ਵਿਖੇ ਹੈ ਅਨਬਨ ਟੰਗਾ। ਜੇ ਕਿਤੇ ਹੁੰਦਾ ਨੇੜੇ ਤੇੜੇ ਫਿਰ ਆਪਾਂ ਨੇ ਉਹਦੇ ਨਾਲ ਜ਼ਰੂਰ ਜਾ ਕਰਕੇ ਯੁੱਧ ਕਰ ਲੈਣਾ ਸੀ। ਤਉ ਪਤੇ ਕੋ ਖਤ ਲਿਖੀ ਪੜ੍ਹ ਕਰ ਮਰ ਜਾਈ। ਪਰ ਅਸੀਂ ਇੱਕ ਆਪਣੇ ਵੱਲੋਂ ਇਹੋ ਜਿਹਾ ਜ਼ਫਰਨਾਮਾ ਲਿਖ ਕਰਕੇ ਭੇਜਣਾ ਹੈ ਜਿਹਨੂੰ ਪੜ੍ਹ ਕਰਕੇ ਉਹਦੀ ਮੌਤ ਹੋ ਜਾਣੀ ਹੈ। ਅਪਰਨ ਤੇ ਪਲਟਾ ਲਹਿ ਮਮ ਪੰਥ ਵਡਾਈ। ਜਿਹੜੇ ਨੇ ਆ ਵਜੀਦੇ ਵਰਗੇ ਵੱਡੇ ਵੱਡੇ ਜ਼ਾਲਮ ਪਾਪੀ, ਇਹਨਾਂ ਦੇ ਪਾਸੋਂ ਫਿਰ ਮੇਰੇ ਖਾਲਸੇ ਨੇ
ਬਦਲੇ ਲੈ ਲੈਣੇ ਹਨ। ਲਿਖਿਓ ਜਫਰਨਾਮਾ ਤਬੈ ਬਹੁ ਬੈਂਤ ਬਨਾਈ। ਉਹ ਸਮੇਂ ਦੀਨੇ ਕਾਂਗੜ ਰਹਿੰਦਿਆਂ ਹੋਇਆਂ ਮਹਾਰਾਜ ਨੇ ਆਪਣਾ ਜ਼ਫਰਨਾਮਾ ਲਿਖਣਾ ਕੀਤਾ ਸੀ। ਸ਼੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਵੱਲੋਂ ਤਾਰੀਫ ਵਡਿਆਈ ਲਿਖਣੀ ਕੀਤੀ ਹੈ। ਅਹਿਦ ਕਰਨ ਈਮਾਨ ਕੋ ਮਿਲਬੇ ਠਹਿਰਾਇਓ। ਜਿਹੜਾ ਹੁਣ ਇਹ ਤਾਂ ਵੱਡੇ ਵੱਡੇ ਦਾਅਵੇ ਕਰਕੇ ਬਾਦਸ਼ਾਹ ਔਰੰਗਜ਼ੇਬ ਸਤਿਗੁਰੂ ਜੀ ਨੂੰ ਇੱਕ ਦਗਾਬਾਜੀ ਧਾਰਨ ਕਰਦੇ ਹੋਇਆਂ ਜੋ ਮਿਲਣਾ ਚਾਹੁੰਦਾ ਸੀ ਤੋਰਿਓ ਬੇਈਮਾਨ ਬਾਨਾ 10 ਲੱਖ ਪਠਾਇਓ। ਵੀ ਤੈ ਤਾਂ ਸਾਰੀਆਂ ਆਪਣੀਆਂ ਜਿਹੜੀਆਂ ਸੌਹਾਂ ਦਾ ਕਰਕੇ ਤਿਆਗ ਔਰ ਸਾਡੇ ਉੱਪਰ 10 ਲੱਖ ਫੌਜ ਉਸ ਸਮੇਂ ਚਾੜ ਦਿੱਤੀ। ਜਿਹੜੇ ਵੱਡੇ ਵੱਡੇ ਐਦਨਾਮੇ ਕੀਤੇ ਸੀ ਅਨੰਦਪੁਰ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਵੀ ਇੱਕ ਵਾਰੀ ਤੁਸੀਂ ਆਪਣਾ ਇਹ ਨਗਰ ਛੱਡ ਕਰਕੇ ਚਲੇ ਜਾਓ, ਤੁਹਾਡੇ ਉੱਪਰ ਕਿਸੇ ਵੀ ਨਵਾਬ ਨੇ ਇਹਨਾਂ ਦੇ ਜਵਾਨਾਂ ਨੇ ਕੋਈ ਹਮਲਾ ਨਹੀਂ ਕਰਨਾ ਹੈ। ਬਹੁਰ ਜੰਗ ਚਮਕੌਰ ਕੋ ਬਰਨਿਓ ਕਰ ਥੋੜਾ ਜਿਹਾ ਜਫਰਨਾਮੇ ਦੇ ਅੰਦਰ ਸਤਿਗੁਰੂ ਜੀ ਨੇ ਜਿਹੜਾ ਚਮਕੌਰ ਦਾ ਜੰਗ ਹੈ ਉਹਦੇ ਬਾਰੇ ਵੀ ਜ਼ਿਕਰ ਕੀਤਾ ਸੀ। ਉਪਾ ਲੰਬ ਦੋਜਕ ਪਰੈ ਜਹ ਸੰਕਟ ਘੋਰਾ। ਬੜੇ ਉਪਾਲਮ ਮੈਨੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਜਫਰਨਾਮੇ ਦੁਆਰਾ ਦਿੱਤੇ ਸਨ ਵੀ ਜਿਹਨੇ ਆਪਣਾ ਈਮਾਨ ਹੀ ਤਿਆਗ ਦਿੱਤਾ ਹੈ ਉਹ ਮਾਰਨ ਤੋਂ ਬਾਅਦ ਫਿਰ ਦੋਜਕਾਂ ਦੇ ਵਿੱਚ ਹੀ ਪੈ ਕਰਕੇ ਸੜਿਆ ਕਰਦੇ ਹਨ। ਵੀ ਇਨਸਾਫੀ ਤੈਂ ਕਰੀ ਬੜ ਚਹ ਸਜਾਈ। ਵੀ ਤੈ ਤਾਂ ਬਹੁਤ ਵੱਡੀ ਬੇਇਨਸਾਫੀ ਆਪਣੇ ਪਰਿਵਾਰ ਦੇ ਨਾਲ ਹੀ ਕਰ ਲਈ ਹੈ। ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਪਾਈ। ਆ ਜਿਹੜੀ ਤੇਰੀ ਬਾਦਸ਼ਾਹੀ ਦਾ 4 ਦਿਨਾਂ ਦੀ ਹੈ ਉਹ ਤੋਂ ਬਾਅਦ ਤੈਨੂੰ ਵੀ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਸਾਰਿਆ ਲੇਖੇ ਜੋਖੇ ਦੇਣੇ ਪੈਣੇ ਹਨ। ਦਾਸਤਾਨ ਬਦਸ਼ਹਿਨ ਕੀ ਅਰ ਕੀਤ ਕਿਆਨਾ। ਆ ਜੋ ਵੀ ਤੈ ਵੱਡੀਆਂ ਵੱਡੀਆਂ ਆਪਣੇ ਦੀਨ ਧਰਮ ਦੀਆਂ ਸੌਗੰਧਾਂ ਚੁੱਕੀਆਂ ਸਨ। ਲਿਖੇ ਬੈਂਤ ਕਰ ਸ਼ਾਇਰੀ ਚਤਰਈ ਮਹਾਨਾ। ਸਤਿਗੁਰੂ ਜੀ ਨੇ ਬੜੇ ਇਹੋ ਜਿਹੇ ਜਿਹੜੇ ਸੁੰਦਰ ਬਚਨ ਬੈਂਤਾਂ ਦੇ ਵਿੱਚ ਬਣਾ ਕਰਕੇ ਲਿਖੇ ਸੀ। ਜਸ ਜਸ ਆਸ਼ਾ ਕਹਿਨ ਕੋ ਸਮਝਾਵਨ ਹੀਤਾ। ਸਤਿਗੁਰੂ ਜੀ ਨੇ ਇੱਕ ਬਾਦਸ਼ਾਹ ਔਰੰਗਜ਼ੇਬ ਨੂੰ ਸਮਝਾਉਣ ਦੇ ਲਈ ਬੜੇ ਜਿਹੜੇ ਇਹੋ ਜਿਹੇ ਆਸੇ ਜਫਰਨਾਮੇ ਦੇ ਵਿੱਚ ਲਿਖੇ ਸਨ। ਕਹੇ ਪ੍ਰਸੰਗ ਅਨੇਕ ਤਸ ਸੁਨ ਮੂੜ ਅਚੇਤਾ। ਵੀ ਇਹੋ ਜਿਹੇ ਮੂਰਖ ਪਾਪੀ ਨੂੰ ਥੋੜ੍ਹੀ ਬਹੁਤੀ ਜਾਗ ਆ ਜੇ ਜੋ ਇਹਨੇ ਹਿੰਦੁਸਤਾਨ ਦੇ ਲੋਕਾਂ ਦੇ ਉੱਪਰ ਬੜੇ ਬੜੇ ਜ਼ੁਲਮ ਕੀਤੇ ਹਨ। ਕਿਤਨੇ ਵਿਚਾਰੇ ਗਰੀਬ ਗੁਰਮਿਆਂ ਦੇ ਗਲ ਬਿਨਾਂ ਹੀ ਗੱਲ ਤੋਂ ਤਲਵਾਰ ਦੇ ਨਾਲ ਵੱਢੇ ਸੀ। ਰੋਜ਼ ਦੀ ਰੋਜ਼ ਪਤਾ ਨਹੀਂ ਜਿਹੜਾ ਕਿਤਨਾ ਖੂਨ ਹਿੰਦੂਆਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਵਗਿਆ ਕਰਦਾ ਸੀ। ਮਹਾਰਾਜ ਇਹਨਾਂ ਬਚਨਾਂ ਦੁਆਰਾ ਬਾਦਸ਼ਾਹ ਔਰੰਗਜ਼ੇਬ ਨੂੰ ਜਿਹੜੇ ਜ਼ੁਲਮ ਜੋ ਪਾਪ ਨੇ ਜ਼ਿੰਦਗੀ ਦੇ ਵਿੱਚ ਕੀਤੇ ਉਹਨਾਂ ਨੂੰ ਫਿਰ ਸਾਹਮਣੇ ਦਿਖਾਉਣਾ ਚਾਹੁੰਦੇ ਹਨ। ਕੁਛ ਕਥਾ ਲਿਖ ਆਪਣੀ ਸਨਮੁਖ ਨੌ ਰੰਗੀ। ਸਤਿਗੁਰੂ ਜੀ ਨੇ ਜਫਰਨਾਮੇ ਦੇ ਵਿੱਚ ਬੜੇ ਹੋ ਜੇ ਰਾਜੇ ਮਹਾਰਾਜਿਆਂ ਦੇ ਪ੍ਰਮਾਣ ਵੀ ਆਪਣੇ ਵੱਲੋਂ ਦਿੱਤੇ ਹਨ। ਜਿਸ ਪੜ੍ਹਨੇ ਤੇ ਜਾਨ ਹੈ ਮੈਂ ਕੀਨ ਕੁਟੰਗੀ। ਵੀ ਹੋ ਜੇ ਬਚਨ ਸਤਿਗੁਰੂ ਜੀ ਨੇ ਅੰਕਤ ਕੀਤੇ ਵੀ ਪਤਾ ਲੱਗ ਜੇ ਪੜ੍ਹ ਕਰਕੇ ਵੀ ਕਿਹੋ ਜਿਹੇ ਘੋਰ ਪਾਪ ਮੈਥੋਂ ਕਾਹਦੇ ਲਈ ਵੀ ਮੈਂ ਹਿੰਦੁਸਤਾਨ ਦਾ ਮਾਲਕ ਬਣ ਜਾ, ਬਾਦਸ਼ਾਹੀ
ਪ੍ਰਾਪਤ ਕਰਨ ਦੇ ਲਈ ਹਨ। ਨਾ ਇਹਨੇ ਆਪਣੇ ਪਿਓ ਦੀ ਨਾ ਭਰਾਵਾਂ ਦੀ ਵੀ ਕੋਈ ਰਾਂਚਕ ਮਾਤਰ ਲਿਹਾਜ਼ ਨਹੀਂ ਕੀਤੀ ਸੀ। ਪਾਤਸ਼ਾਹੋ ਪ੍ਰਭ ਨੇ ਕਰੀਏ ਜਿਨ ਧਰਮ ਦ੍ਰਿੜਾਈ। ਵੀ ਜਿਹੜੇ ਰਾਜੇ ਮਹਾਰਾਜੇ ਇਹ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੇ ਹਨ। ਕੀਤਕ ਗਿਨ ਹਉ ਜਗਤ ਮੈਂ ਜਸ ਧਰਮ ਕਮਾਈ। ਵੀ ਜੇ ਤੂੰ ਕਹੇ ਵੀ ਮੈਂ ਤਾਂ ਧਰਮ ਕਮਾ ਕੇ ਆ ਦੁਨੀਆ ਦੇ ਵਿੱਚ ਬੜਾ ਜਸ ਖੱਟਿਆ। ਤੂੰ ਨੌ ਰੰਗ ਪਾਤਸ਼ਾਹੋ ਸੋਨਾ ਪਾਤਸ਼ਾਹੀ ਬੈਠਾ। ਐ ਬਾਦਸ਼ਾਹ ਔਰੰਗਜ਼ੇਬ ਜ਼ੋਤ ਹੈ ਹਿੰਦੁਸਤਾਨ ਦੀ ਬਾਦਸ਼ਾਹੀ ਇਹ ਪਾਪਾ ਦੁਆਰਾ ਹੀ ਪ੍ਰਾਪਤ ਕੀਤੀ ਹੈ। ਚਹੀਏ ਧਰਮ ਕਮਾਵਨੋ ਕੀਏ ਪਾਪ ਇਕੱਠਾ। ਤੈ ਧਰਮ ਤਾਂ ਕਮਾਉਣਾ ਇਹ ਤਾਂ ਬੜੀ ਦੂਰ ਦੀ ਗੱਲ ਹੈ। ਪਾਪ ਇਕੱਠਾ ਤੇ ਉਲਟਾ ਤੂੰ ਤਾਂ ਹਰ ਬਾਤ ਵੱਡੇ ਵੱਡੇ ਜਿਹੜੇ ਨਾ ਬਖਸ਼ਣ ਵਾਲੇ ਘੋਰ ਪਾਪ ਹੀ ਕਮਾਏ ਹਨ। ਖਾਲਕ ਕੀ ਦਰਗਾਹ ਮਹਿ ਮੋਹ ਕਿਆ ਲੈ ਜਾਵੇਂ। ਵੇ ਖੁਦਾ ਦੀ ਦਰਗਾਹ ਦੇ ਵਿੱਚ 10 ਵਤਨ ਫਿਰ ਕਿਹੜਾ ਮੋਹ ਲੈ ਕਰਕੇ ਸਾਹਮਣੇ ਹਾਜ਼ਰ ਹੋਵੇਂਗਾ। ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ। ਵੀ ਜਿਹੋ ਜਿਹੇ ਭਲੇ ਜਾਂ ਬੁਰੇ ਕਰਮ ਕਮਾਏ ਹਨ ਉਹ ਤਾਂ ਫਿਰ ਖੁਦਾ ਦੀ ਦਰਗਾਹ ਦੇ ਵਿੱਚ ਤੇਰੇ ਨਾਲ ਹੀ ਜਾਣੇ ਹਨ। ਪਹਿਲਾਂ ਲਿਖਿਆ ਮਿਲਨ ਕੋ ਦਿਲ ਦਗਾ ਕਮਾਇਆ। ਪਹਿਲਾਂ ਤੈਂ ਸਾਡੇ ਪਾਸ ਮਿਲਣ ਦੇ ਲਈ ਇੱਕ ਚਿੱਠੀ ਲੈ ਕਰਕੇ ਭੇਜੀ। ਉਲਟਾ ਜਦੋਂ ਅਸੀਂ ਆਨੰਦਪੁਰ ਦਾ ਕੀਤਾ ਤਿਆਗ ਕਿਤਨਾ ਦਗਾ ਕਿਤਨਾ ਜਿਹੜਾ ਕਪਟ ਛਲ ਤਾਂ ਸਾਡੇ ਨਾਲ ਕਮਾਇਆ ਹੈ। ਫੌਜਾਂ ਚਾੜ ਅਣਗਿਣਤ ਹੀ ਘੇਰਾ ਕਰਵਾਇਆ। ਉਸ ਵਕਤ ਹਜ਼ਾਰ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਨਾ ਤੈਂ ਸਾਨੂੰ ਗ੍ਰਿਫਤਾਰ ਕਰਨ ਦੇ ਲਈ ਚਾਰੇ ਪਾਸਿਆਂ ਤੋਂ ਭੇਜ ਦਿੱਤੀ ਸੀ। ਕਿਆ ਇਨਸਾਫੀ ਤੁਝ ਕਰੀ ਕਰ ਮਨ ਅਭਿਮਾਨਾ। ਸਤਿਗੁਰੂ ਜੀ ਨੇ ਬਚਨ ਲਿਖਿਆ ਵੀ ਕਿਹੜੀ ਤੈਂ ਇਹੋ ਜੀ ਪਰਜਾ ਦੇ ਨਾਲ ਇਨਸਾਫੀ ਕੀਤੀ ਹੈ ਜਿਹਦਾ ਤੈਂ ਮਨ ਦੇ ਵਿੱਚ ਮਾਨ ਹੰਕਾਰ ਧਾਰਨ ਕੀਤਾ ਹੋਇਆ ਵੀ ਮੈਂ ਤਾਂ ਪਬਲਿਕ ਦੇ ਨਾਲ ਕਦੇ ਕੋਈ ਬੇ ਇਨਸਾਫੀ ਦਾ ਕਮਾਈ ਨਹੀਂ। ਇਹਨਾਂ ਦੇ ਨਾਲ ਸੱਚਾ ਨਿਆਂ ਕੀਤਾ। ਦੱਸ ਇਹੋ ਜਿਹਾ ਚੰਗਾ ਗੁਣ ਤਾਂ ਕੋਈ ਵੀ ਤੇਰੇ ਜੀਵਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਹੈ। ਝੂਠਾ ਪੜ੍ਹੈ ਕੁਰਾਨ ਤੂੰ ਨਹੀਂ ਅਮਲ ਕਮਾਨਾ। ਆ ਜੋ ਤੋਂ ਕੁਰਾਨ ਇਹ ਤਾਂ ਐਵੇਂ ਝੂਠੀਆਂ ਹੀ ਪੜ੍ਹੀਆਂ ਹਨ ਪਰ ਜੋ ਪੈਗੰਬਰਾਂ ਦਾ ਹੁਕਮ ਹੈ ਅਮਲ ਤਾਂ ਕੋਈ ਵੀ ਪੜ੍ਹ ਕਰਕੇ ਨਹੀਂ ਕਮਾਇਆ ਸੀ। ਜੇ ਤੂੰ ਕਹੈ ਕਿ ਸੰਗ ਮਾਮਾ ਇਨਸਾਫ ਕਮਾਈ। ਜੇ ਤੂੰ ਕਹੇ ਵੀ ਜਿਹੜਾ ਮੈਂ ਇਨਸਾਫ ਆ ਮਾਤਲਾ ਦੇ ਵਿੱਚ ਕਮਾਇਆ ਵੀ ਇਹ ਫਿਰ ਮੇਰੇ ਨਾਲ ਖੁਦਾ ਦੀ ਦਰਗਾਹ ਦੇ ਵਿੱਚ ਜਾਏਗਾ। ਸੋ ਸੁਣ ਦੀ ਕਰ ਕਾਨ ਕੋ ਸਭ ਕਹੋਂ ਬਨਾਈ। ਸਤਿਗੁਰੂ ਜੀ ਨੇ ਜਿਹੜਾ ਇਹਦਾ ਕੱਲਾ ਕੱਲਾ ਕੋਰ ਪਾਪ ਬੜੇ ਬੜੇ ਜਿਹੜੇ ਜ਼ੁਲਮ ਮਾਨੋ ਬਚਨਾਂ ਦੁਆਰਾ ਹੀ ਜਫਰਨਾਮੇ ਦੇ ਵਿੱਚ ਲੈ ਕਰਕੇ ਦੇ ਸਾਹਮਣੇ ਉਹ ਗਾੜ ਦਿੱਤੇ ਸੀ। ਏਕ ਸਿਲਾ ਪਰ ਬਸਤ ਥੋ ਕਿਸ ਗ੍ਰਾਮ ਨਾ ਰੋਕਾ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖ ਨਾ ਤਾਂ ਅਸੀਂ ਤੇਰੇ ਕੋਈ ਪਿੰਡ ਜਾਂ ਨਗਰ ਦੇ ਉੱਪਰ ਕਬਜ਼ਾ ਨਹੀਂ ਕੀਤਾ ਤੇ ਜਿਹੜੀ ਹੁਣ ਸਾਡੇ ਗੁਰੂ ਪਿਤਾ ਦੀ ਜ਼ਾਰਾ ਖਰੀਦੀ ਹੋਈ ਧਰਤੀ ਉਹਦੇ ਉੱਪਰ ਰਹਿ ਕਰਕੇ ਅਸੀਂ ਆਪਣਾ ਗੁਜ਼ਾਰਾ ਕਰ ਰਹੇ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਪਹਾੜੀ ਰਾਜਿਆਂ ਦੇ ਪਾਸੋਂ ਕਈ ਪਿੰਡਾਂ ਦੀ ਜ਼ਮੀਨ ਇਹ ਮਾਇਆ ਦੇ ਕਰਕੇ ਖਰੀਦੀ। ਉਹਦੇ ਵਿੱਚ ਹੀ ਮਹਾਰਾਜ ਨੇ ਆਪਣੇ ਵੱਡੇ ਵੱਡੇ ਜਿਹੜੇ ਕਿਲੇ ਵਗੈਰਾ ਬਣਾਏ ਹੋਏ ਸਨ। ਕਦੇ ਵੀ ਇਹਦੀ ਜ਼ਮੀਨ ਹੈ ਜੋ ਪਿੰਡ ਹੈ ਸ਼ਹਿਰ ਹੈ ਉਹਦੇ ਉੱਪਰ ਕੋਈ ਵੀ
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਬਜ਼ਾ ਨਹੀਂ ਕੀਤਾ ਸੀ। ਦੇਸ਼ ਮੁਲਕ ਨਹਿ ਰੋਕਿਆ ਬਿਨ ਦਾਵੈ ਓਕਾ। ਸਤਿਗੁਰੂ ਜੀ ਕਹਿ ਲਗੇ ਵੀ ਅਸੀਂ ਤਾਂ ਬਿਨਾ ਦਾਅਵਿਆਂ ਦੇ ਸਹਿਤ ਹੋ ਕਰਕੇ ਆਪਣਾ ਜਿਹੜਾ ਸਮਾਂ ਕੱਟ ਰਹੇ ਸੀ। ਕੋਈ ਵੀ ਤੇਰਾ ਰਾਜ ਭਾਗ ਕਿਸੇ ਪਾਸੋਂ ਵੀ ਨਹੀਂ ਦਵਾਇਆ ਹੈ। किसको दिया न खाव तो प्रभ दे सो खावों। ਤੈ ਨਾ ਅਸੀਂ ਕਦੇ ਤੇਰੀ ਲੈ ਕਰਕੇ ਮਾਇਆ ਵਰਤੀ ਹੈ। ਅਸੀਂ ਤਾਂ ਫਿਰ ਹਮੇਸ਼ਾ ਵਾਸਤੇ ਉਸ ਪਰਮਾਤਮਾ ਦੇ ਉੱਪਰ ਹੀ ਸਦਾ ਵਾਸਤੇ ਯਕੀਨ ਭਰੋਸਾ ਧਾਰਨ ਕੀਤਾ ਹੋਇਆ ਸੀ ਵੀ ਜੋ ਵੀ ਭਗਵਾਨ ਨੇ ਸੰਗਤਾਂ ਰਾਹੀਂ ਸਾਡੇ ਪਾਸ ਮਾਇਆ ਪਦਾਰਥ ਭੇਜੇ ਉਸ ਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਰਹੇ ਹਾਂ। एक अकाल आराध तो किसको ना दुखावों। ਸਤਿਗੁਰੂ ਜੀ ਨੇ ਬਚਨ ਲਿਖੇ ਵੀ ਦੇਖ ਨਾ ਅਸੀਂ ਕਦੇ ਗਰੀਬ ਨੋ ਅਮੀਰ ਨੋ ਬਾਦਸ਼ਾਹ ਕੰਗਾਲ ਨੂੰ ਕਦੇ ਵੀ ਕੋਈ ਤੰਗ ਨਹੀਂ ਕੀਤਾ। ਆਪਣੇ ਨਗਰ ਦੇ ਵਿੱਚ ਬੈਠ ਕਰਕੇ ਅਸੀਂ ਹਰ ਵਕਤ ਬੰਦਗੀ ਕਰਦੇ ਰਹਿੰਦੇ ਸੀ। प्रथम बाप मम कैद कर दीनो मरवाई। ਦੇਖ ਪਹਿਲਾਂ ਤਾਂ ਆਪਣੇ ਸਕੇ ਪਿਓ ਨੂੰ ਆਗਰੇ ਦੇ ਕਿਲੇ ਦੇ ਵਿੱਚ ਨਜ਼ਰ ਬੰਦ ਕਰਕੇ ਮਰਵਾ ਦਿੱਤਾ ਸੀ। ऐसी दगे बहादुरी कर मन गरबाई। ਤਾਂ ਇਹੋ ਜਿਹੇ ਦਗਿਆਂ ਦੀ ਬਹਾਦਰੀ ਕਰਦਿਆਂ ਹੋਇਆਂ ਇਹ ਮਨ ਦੇ ਵਿੱਚ ਬੜਾ ਹੰਕਾਰ ਧਾਰਨ ਕਰੀ ਫਿਰਦਾ ਹੈ। जैसा बेइंसाफ तू तैसे सब राजी। ਵੀ ਜਿਹਾ ਜਿਹਾ ਤੈਂ ਬੇਇਨਸਾਫਪਣਾ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਹੋਇਆ ਉਸੇ ਤਰ੍ਹਾਂ ਦੇ ਅੱਗੇ ਫਿਰ ਜਿਹੜੇ ਤੇਰੇ ਨਵਾਬ ਰਜਵਾੜੇ ਅਹਿਲਕਾਰ ਬਣ ਚੁੱਕੇ ਹਨ। सिख संगत मम मार कर बहु कीन अकाजी। ਸਤਿਗੁਰੂ ਜੀ ਕਹਿ ਲਗੇ ਵੀ ਦੇ ਲੈ ਤੈਂ ਕਿਤਨੇ ਸਾਡੇ ਗੁਰ ਸਿੱਖਾਂ ਨੂੰ ਵੀ ਵੱਡੇ ਵੱਡੇ ਜੰਗ ਜੁਦਾ ਦੌਰਾਨ ਸ਼ਹੀਦ ਕਰਵਾ ਦਿੱਤਾ। ਜਿਹੜੇ ਪ੍ਰੇਮੀ ਆਨੰਦਪੁਰ ਦੇ ਵਿੱਚ ਆਉਣ ਵਾਲੇ ਉਹਨਾਂ ਨੂੰ ਵੀ ਫਿਰ ਦੇ ਲੈ ਤੇਰੇ ਨਵਾਬ ਵੱਡੇ ਵੱਡੇ ਸੂਬੇ ਕਿਵੇਂ ਬੜਾ ਤੰਗ ਕਰਦੇ ਰਹਿੰਦੇ ਸੀ। ਸਿੱਖਣੀਆਂ ਗਨ ਹਨ ਦਈ ਬਹੁ ਲੂਟ ਖਜ਼ਾਨੇ। ਇਸੇ ਤਰ੍ਹਾਂ ਬੜੀਆਂ ਸਾਡੀਆਂ ਜਿਹੜੀਆਂ ਗੁਰ ਸਿੱਖਣੀਆਂ ਉਹਨਾਂ ਨੂੰ ਵੀ ਤੁਸੀਂ ਕਤਲ ਕਰਵਾ ਦਿੱਤਾ ਹੈ। ਬੇਇਨਸਾਫੀ ਇਹ ਕਰੀ ਮਨ ਸਮਝ ਇਆਨੇ। ਤੂੰ ਆਪਣੇ ਮਨ ਦੇ ਵਿੱਚ ਇਸ ਸੱਚਾਈ ਨੂੰ ਸਮਝ ਲੈ ਵੀ ਕਿਤਨੀਆਂ ਬੇਇਨਸਾਫੀਆਂ ਤਕਰੀਬਨ ਵੱਡੇ ਵੱਡੇ ਪੀਰਾਂ ਫਕੀਰਾਂ ਆਪਣੇ ਖੁਦ ਤੈਂ ਪਰਿਵਾਰ ਦੇ ਨਾਲ ਵੀ ਕੀਤੀਆਂ ਹਨ। ਬੇਨਿਆਈ ਹੈ ਤੁਧ ਘਰ ਪ੍ਰਭ ਕੇ ਘਰ ਨਾਹੀ। ਜਿਹੜੀ ਬੇਨਿਆਈ ਉਹ ਤੇਰੇ ਘਰ ਦੇ ਵਿੱਚ ਤਾਂ ਜ਼ਰੂਰ ਹੋ ਸਕਦੀ ਹੈ ਪਰ ਖੁਦਾ ਨੇ ਤਾਂ ਹਮੇਸ਼ਾ ਵਾਸਤੇ ਦਰਗਾਹ ਦੇ ਵਿੱਚ ਗਿਆ ਦੇ ਬਿਲਕੁਲ ਜਿਹੜੇ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਬੱਖ ਕੱਢੇ ਜਮਾਲਿਆ ਵੀ ਉੱਥੇ ਦਾ ਫਿਰ ਖੁਦਾ ਦੀ ਦਰਗਾਹ ਦੇ ਵਿੱਚ ਸਦਾ ਵਾਸਤੇ ਇਹ ਸੱਚ ਦੇ ਹੀ ਨਿਬੇੜੇ ਹੋਣੇ ਨੇ। ਸੱਚਾ ਆਪ ਸੱਚਾ ਦਰਬਾਰ ਪਰਮਾਤਮਾ ਦਾ ਦਰਬਾਰ ਵੀ ਸੱਚਾ ਹੈ ਤੇ ਉੱਥੇ ਨਿਆਂ ਵੀ ਹਮੇਸ਼ਾ ਵਾਸਤੇ ਸੱਚੀ ਹੋ। ਆ ਜਿਹੜੀ ਬੇਇਨਸਾਫੀ ਉਹ ਤੇਰੇ ਘਰ ਦੇ ਵਿੱਚ ਜ਼ਰੂਰ ਪਾਈ ਜਾਂਦੀ ਹੈ। ਭਲੀ ਬੁਰੀ ਜਸ ਕਰਤ ਹੈ ਤਸ ਫਲ ਸੋ ਪਾਹੀ। ਚਾਹੇ ਚੰਗੀ ਹੈ ਚਾਹੇ ਬੁਰੀ ਇਹਦਾ ਫਲ ਤਾਂ ਤੈਨੂੰ ਫਿਰ ਉਸ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਭੁਗਤਣਾ ਹੀ ਪੈਣਾ ਹੈ। 10 ਲੱਖ ਤੁਰਕ ਪਹਾੜੀਏ ਘੇਰਾ ਵੱਡ ਕੀਨਾ। ਦੇਖੋ ਫਿਰ ਤੈਂ 10 ਲੱਖ ਫੌਜ ਭੇਜ ਕਰਕੇ ਤੁਰਕਾਂ ਦੀ ਮੁਗਲਾਂ ਪਠਾਨਾਂ ਦੀ ਉੱਥੇ ਚਮਕੌਰ ਦੀ ਕੱਚੀ ਗਲੀ ਨੂੰ ਚਾਰੇ ਪਾਸਿਆਂ ਤੋਂ ਕਿਵੇਂ ਬੜਾ ਸਖਤ ਘੇਰਾ ਪਵਾਤਾ ਸੀ। ਕਸਮ ਜੋ ਗਊ ਕੁਰਾਨ ਕੀ ਕਰ ਖੰਡਨ ਕੀਨਾ। ਪਹਿਲਾਂ ਤੈਂ ਕੁਰਾਨ ਔਰ ਪੈਗੰਬਰ ਨੂੰ
ਵਿੱਚ ਗਵਾਹ ਬਣਾ ਕਰਕੇ ਕਿਤਨੀਆਂ ਵੱਡੀਆਂ ਵੱਡੀਆਂ ਕਸਮਾਂ ਖਾਧੀਆਂ ਸਨ। निकसे जब हम बहर को दल पाछे सारा। ਸਤਿਗੁਰੂ ਜੀ ਨੇ ਜਿਹੜੀ ਪਹਿਲੀ ਵਾਰ ਤਾਂ ਜਣਾਉਂਦਿਆਂ ਹੋਇਆ ਬਚਨ ਕੀਤੇ ਨੇ ਵੀ ਜਦੋਂ ਅਸੀਂ ਆਨੰਦਪੁਰ ਦੇ ਵਿੱਚੋਂ ਆ ਗਏ ਬਾਹਰ ਤੇ ਉਸੇ ਵਕਤ ਸੈਯਦ ਜ਼ੋ ਕੁਰਾਨ ਸ਼ਰੀਫ ਥਾਲ ਦੇ ਵਿੱਚ ਰੱਖ ਕਰਕੇ ਉਹਨੇ ਸਹੁੰ ਖਾਧੀ। ਇਸੇ ਤਰ੍ਹਾਂ ਜਿਹੜੇ ਸੀ ਪਹਾੜੀ ਰਾਜੇ ਉਹਨਾਂ ਨੇ ਪੰਡਤ ਦੇ ਹੱਥੀਂ ਉਹ ਥਾਲ ਦੇ ਵਿੱਚ ਆਟੇ ਦੀ ਗਊ ਤੇ ਠਾਕਰ ਦੀ ਮੂਰਤੀ ਭੇਜੀ ਵੀ ਅਸੀਂ ਆਪਣੇ ਠਾਕਰ ਦੀ ਆ ਗਊ ਮਾਤਾ ਦੀ ਸਹੁੰ ਖਾਂਦੇ ਹਾਂ। ਇੱਕ ਵਾਰੀ ਤੁਸੀਂ ਆਨੰਦਪੁਰ ਚੋਂ ਬਾਹਰ ਆ ਜਾਓ, ਸਾਨੂੰ ਆਪਣੇ ਧਰਮ ਦੀਆਂ ਆ ਕਸਮਾਂ ਇਹਨਾਂ ਦਾ ਬੜਾ ਭਾਰੀ ਪਾਪ ਲੱਗੇ ਜੇ ਅਸੀਂ ਆਪ ਦਾ ਪਿੱਛਾ ਕਰੀਏ। ਮਹਾਰਾਜ ਕਹਿਣ ਲੱਗੇ ਤੁਸੀਂ ਤਾਂ ਉਹਨਾਂ ਕਸਮਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਸੀ। लरै सिंह पुन चलत ही चमकौर सिधारा। ਫਿਰ ਸਾਡੇ ਯੋਧੇ ਸੂਰਮੇ ਚਲਦਿਆਂ ਚਲਦਿਆਂ ਜਦੋਂ ਕੱਚੀ ਚਮਕੌਰ ਦੀ ਘੜੀ ਦੇ ਵਿੱਚ ਪਹੁੰਚੇ ਸਨ। सिख 40 मम संग थी सो लड़कर जूझे। ਸਿੱਖ 40 ਉਹ ਸਮੇਂ 40 41 ਜਿਹੜੇ ਯੋਧੇ ਸੂਰਮੇ ਵੀ ਚਮਕੌਰ ਦੀ ਘੜੀ 'ਚ ਬਹੁਤ ਵੱਡਾ ਘਮਸਾਨ ਦਾ ਜਦ ਕਰਦਿਆਂ ਕਰਦਿਆਂ ਸਾਰੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। क्षुधा बंत सो क्या कर है बेअंत पहुँची। ਮਹਾਰਾਜ ਕਹਿ ਲੱਗੇ ਬਾਦਸ਼ਾਹ ਔਰੰਗਜ਼ੇਬ ਜਿਹੜੇ ਵਿਚਾਰੇ ਕਿਤਨੇ ਦਿਨਾਂ ਦੇ ਬੜੇ ਭੁੱਖੇ ਤੇ ਹਾਏ, ਉਹਨਾਂ ਦੇ ਜਿਹੜੇ ਜਿਸਮ ਉਹ ਵੀ ਬਿਲਕੁਲ ਭੁੱਖ ਦੇ ਕਾਰਨ ਕਮਜ਼ੋਰ ਦੁਰਬਲ ਹੋ ਚੁੱਕੇ ਸਨ। ਫਿਰ ਵੀ ਉਹਨਾਂ ਨੇ ਆ ਤੇਰੀਆਂ ਫੌਜਾਂ ਦਾ ਬਾਹਰ ਨਿਕਲ ਕਰਕੇ ਬੜਾ ਮੁਕਾਬਲਾ ਕੀਤਾ ਸੀ। साहिब जादे चार ही छल कर मरवाई। ਦੇਖ ਤੈ ਫਿਰ ਸਾਡੇ ਜਿਹੜੇ ਚਾਰੇ ਲਾਲ ਉਹ ਵੀ ਕਪਟ ਛਲ ਕਰਕੇ ਸ਼ਹੀਦ ਕਰਵਾ ਦਿੱਤੇ ਹਨ। काल पुरख मम रछ करी दे हाथ बचाई। ਪਰ ਸਾਡੀ ਜਿਹੜੀ ਰੱਖਿਆ ਉਹ ਤਾਂ ਹਮੇਸ਼ਾ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਹੁਣ ਜਿਸ ਪ੍ਰਕਾਰ ਹੋਰ ਵੀ ਮਹਾਰਾਜ ਨੇ ਬੜੇ ਹੋ ਜੇ ਆਪਣੇ ਪ੍ਰਵਚਨ ਆਪਣੇ ਵੱਲੋਂ ਲਿਖਣੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖ ਤਾਈ ਨੇ ਹਾਲ ਕਰ ਰਹੇ ਨੇ। साहिब जादे चार ही छल कर मरवाई। काल पुरख मम रच करी दे हाथ बचाए। साहिब जादे चार ही छल कर मरवाए। काल पुरख मम रच करी दे हाथ बचाए। ਚੌਥੇ ਪਾਰ ਬ੍ਰਹਮਾ अविनाशी ਅਬਨਾਸੀ ਅਗ अगनास